आज़ादी का अमृत महोत्सव ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ-ਪ੍ਰਮੰਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਅਸਾਮ ਦੀ ਸੁਤੰਤਰਤਾ ਸੈਨਾਨੀ ਜੋਇਆ ਥਾਊਸੇਨ, ਮਹਾਨ ਭਾਰਤੀ ਖੋਜਕਾਰ ਸ਼ੰਕਰ ਅਬਾਜੀ ਪਿਸੇ, सुतंत्रता सेनानी शेख रोशन और बदर सिंह बारे जानकारी दे रहे हैं। ਅੱਜ ਅਸੀਂ ਅਸਾਮ ਦੀ ਸੁਤੰਤਰਤਾ ਸੈਨਾਨੀ ਜੋਇਆ ਥਾਊਸੇਨ ਨੂੰ ਯਾਦ ਕਰ ਰਹੇ ਹਾਂ, ਜਿਹੜੇ 1944 ਵਿੱਚ 7 ਅਪ੍ਰੈਲ ਨੂੰ ਸ਼ਹੀਦ ਹੋ ਗਏ ਸਨ। उन्हां बरतानवी समाजवाद का मुकाबला करन लई क्रांतिकारी दिमासा फौज का गठन किया सी। थाउसेन का जन्म 1925 विच असाम के उत्तरी कछार विच होया सी। वो दिमासा आदिवासी भाईचारे नाल संबंधित सन। दूजे विश्व युद्ध दौरान उन्हां दिमासा कबायली खेतर तो बरतानवी सरकार वालों लड़ाई के फंड इकट्ठे करन दा खुल के विरोध किया। 1944 विच सिर्फ 19 साल की उम्र विच उन्हां हथियारबंद कारकुनां दी क्रांतिकारी दिमासा फौज बनाई। थाउसेन इंडियन नैशनल आर्मी दी राणी झांसी रेजीमेंट तो प्रभावित सी। जदों इंडियन नैशनल आर्मी दी टुकड़ी कोहिमा पुजण वाली सी तां थाउसेन सहयोगी देशां दी फौज दे खिलाफ संघर्ष विच इंडियन नैशनल आर्मी विच शामिल होण दी उम्मीद नाल अपने 54 सहयोगियों नाल कोहिमा वाल कूच कर गए। बदकिस्मती नाल 7 अप्रैल 1944 नूं कोहिमा दे नेड़े दिमासा दियां हथियारबंद फौजां दा बरतानिया दी अगवाई वाली सहयोगी फौजां नाल मुकाबला हो गया। जोया थाउसेन समेत दिमासा दे सारे 54 मैंबर IANA विच शामिल होण दा सुपना साकार होण तो पहलां ही मुकाबले वाली थां ते मारे गए सन। ਅਸੀਂ ਇਹਨਾਂ ਮਹਾਨ ਸ਼ਹੀਦਾਂ ਨੂੰ ਨਮਨ ਕਰਦੇ ਹਾਂ। ਅੱਜ ਅਸੀਂ ਮਹਾਨ ਭਾਰਤੀ ਖੋਜਕਾਰ ਸ਼ੰਕਰ ਅਬਾਜੀ ਪਿਸੇ ਨੂੰ ਯਾਦ ਕਰ ਰਹੇ ਹਾਂ, ਜਿਨ੍ਹਾਂ ਦਾ ਦੇਹਾਂਤ 1935 ਵਿੱਚ 7 ਅਪ੍ਰੈਲ ਨੂੰ ਹੋਇਆ ਸੀ। 29 ਅਪ੍ਰੈਲ 1867 ਨੂੰ ਮੁੰਬਈ ਵਿੱਚ ਜਨਮੇ ਪਿਸੇ ਨੂੰ बचपन तो ही साइंस विच डूंगी दिलचस्पी सी। 14 साल की उम्र विच उन्हां घर विच ही एक छोटा जिहा यंत्र बनाया सी, जिस नाल कोले की गैस बनाई जा सकती सी। उन्हां बंबे विच एक विग्यानिक क्लब की शुरुआत की ते विपिन कला प्रकाश नाम हेठ मराठी विच एक विज्ञान रसाला प्रकाशन शुरू किया। इस मैगजीन राही उन्हां आम लोकां नूं विज्ञान की महत्ता तो जाणू करवाया। 1893 ਵਿੱਚ ਬੜੌਦਾ ਦੇ ਸਿਆਜੀ ਰਾਓ ਗਾਇਕਵਾੜ ਦੇ ਸਹਿਯੋਗ ਨਾਲ ਉਹਨਾਂ ਨੂੰ ਇੰਗਲੈਂਡ ਵਿੱਚ ਆਪਣੀਆਂ ਕਾਢਾਂ ਨੂੰ ਪ੍ਰਦਰਸ਼ਨ ਕਰਨ ਦੀ ਪੇਸ਼ਕਸ਼ ਮਿਲੀ, ਜਿਸ ਨੂੰ ਉਹਨਾਂ ਨੇ ਸਵੀਕਾਰ ਕਰ ਲਿਆ। ਦਾਦਾ ਭਾਈ ਨੌਰੋਜੀ ਤੇ ਗੋਪਾਲ ਕ੍ਰਿਸ਼ਨ ਗੋਖਲੇ ਨੇ ਵੀ ਉਹਨਾਂ ਦੇ ਕੰਮ ਵਿੱਚ ਦਿਲਚਸਪੀ ਦਿਖਾਈ। ਇਹਦੀ ਸਭ ਤੋਂ ਪ੍ਰਭਾਵਸ਼ਾਲੀ ਕਾਢ ਸਪੈਸੋਟਾਈਪ ਨਾਂ ਦੀ ਇੱਕ ਟਾਈਮ ਸੈਟਿੰਗ ਮਸ਼ੀਨ ਸੀ। ਇਹ ਮਸ਼ੀਨ ਪ੍ਰਿੰਟਿੰਗ ਵਿੱਚ ਵਰਤੋਂ ਲਈ 1500 ਤੋਂ 2000 ਅੱਖਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਬਲਾਕ ਪਾ ਸਕਦੀ ਸੀ। ਹਿੰਦੂ ਮਿਸ਼ਨਰੀ ਸੁਸਾਇਟੀ ਤੇ ਕਈ ਹੋਰ ਰਾਸ਼ਟਰਵਾਦੀ ਸਮੂਹਾਂ ਨੇ ਪਿਸੇ ਅਤੇ ਉਸ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕੀਤਾ। 26 ਦਸੰਬਰ 1908 ਨੂੰ ਇੰਡੀਅਨ ਨੈਸ਼ਨਲ ਵਿਜ਼ਨ ਕਾਨਫਰੰਸ ਸਮੇਤ ਕਈ ਹੋਰ ਮੀਟਿੰਗਾਂ ਵਿੱਚ ਸੱਦਾ ਦੇ ਕੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਉਹਨਾਂ ਆਪਣੀ ਪਤਨੀ ਸੁਸ਼ੀਲਾ ਬਾਈ ਤੇ ਗੋਬਿੰਦ ਕੁਕੜੇ ਤੇ ਗੋਬਿੰਦ ਰੇ ਵਰਗੇ ਹੋਰਨਾਂ ਲੋਕਾਂ ਦੇ ਸਹਿਯੋਗ ਨਾਲ ਲੰਡਨ ਵਿੱਚ ਇੰਡੀਅਨ ਸੁਸਾਇਟੀ ਦੀ ਸਥਾਪਨਾ ਕੀਤੀ। ਆਪਣੇ ਆਖਰੀ ਸਾਹ ਤੱਕ ਪਿਸੇ ਨੇ ਬਸਤੀਵਾਦ ਵਿਰੋਧ ਨੂੰ ਆਪਣੇ ਅੰਦਰ ਜ਼ਿੰਦਾ ਰੱਖਿਆ। ਬਰਤਾਨੀਆ ਵਿੱਚ ਉਹਨਾਂ ਦਾਦਾ ਭਾਈ ਨੌਰੋਜੀ ਨਾਲ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ। ਨਿਊਯਾਰਕ ਵਿੱਚ ਉਹਨਾਂ ਗਾਂਧੀ ਜੀ ਦੇ ਵਿਚਾਰਾਂ ਦਾ ਪ੍ਰਸਾਰ ਕੀਤਾ ਤੇ ਉੱਥੋਂ ਆਉਣ ਵਾਲੇ ਭਾਰਤੀ ਰਾਸ਼ਟਰਵਾਦੀਆਂ ਦੀ ਮੇਜ਼ਬਾਨੀ ਕੀਤੀ। ਭਾਰਤ ਤੋਂ ਲੈ ਕੇ ਬਰਤਾਨੀਆ ਅਤੇ ਅਮਰੀਕਾ ਤੱਕ ਪਿਸੇ ਨੇ ਪ੍ਰਗਤੀਸ਼ੀਲ ਸਿਆਸਤ ਨੂੰ ਵਿਗਿਆਨ ਨਾਲ ਜੋੜਿਆ। ਅਸੀਂ ਇਸ ਮਹਾਨ ਰਾਸ਼ਟਰਵਾਦੀ ਨੂੰ ਸਲਾਮ ਕਰਦੇ ਹਾਂ।
ਅੱਜ ਅਸੀਂ ਸ਼ੇਖ ਰੋਸ਼ਨ ਤੇ ਬਦਰ ਸਿੰਘ ਨੂੰ ਵੀ ਯਾਦ ਕਰ ਰਹੇ ਹਾਂ, ਜਿਨ੍ਹਾਂ ਨੂੰ 1857 ਦੀ ਆਜ਼ਾਦੀ ਦੀ ਪਹਿਲੀ ਲੜਾਈ ਵਿੱਚ ਹਿੱਸਾ ਲੈਣ ਦੇ ਦੋਸ਼ ਤਹਿਤ 7 ਮਾਰਚ 1859 ਨੂੰ ਅੰਡੇਮਾਨ ਸੈਲੂਲਰ ਜੇਲ੍ਹ ਕਾਲਾ ਪਾਣੀ ਵਿੱਚ ਭੇਜਿਆ ਗਿਆ। ਇਹਨਾਂ ਦੋਹਾਂ ਬਹਾਦਰਾਂ ਨੇ ਆਜ਼ਾਦੀ ਘੁਲਾਟੀਆਂ ਨਾਲ ਮਿਲ ਕੇ ਅੰਗਰੇਜ਼ਾਂ ਖਿਲਾਫ ਮੋਰਚਾ ਲਿਆ। ਉਹਨਾਂ ਹੋਰਨਾਂ ਲੋਕਾਂ ਦੀ ਆਰਥਿਕ ਮਦਦ ਕੀਤੀ ਤੇ ਉਹਨਾਂ ਨੂੰ ਬਰਤਾਨਵੀ ਰਾਜ ਦਾ ਵਿਰੋਧ ਕਰਨ ਤੇ ਅੰਗਰੇਜ਼ਾਂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਲਈ ਉਤਸ਼ਾਹਿਤ ਕੀਤਾ। ਕੰਪਨੀ ਦੇ ਸਿਪਾਹੀਆਂ ਨੇ ਉਹਨਾਂ ਨੂੰ ਫੜ ਲਿਆ ਤੇ ਉਹਨਾਂ ਤੇ ਬਗਾਵਤ ਦਾ ਦੋਸ਼ ਲਗਾਇਆ। ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਸ਼ੇਖ ਰੋਸ਼ਨ ਤੇ ਬਦਰ ਸਿੰਘ ਅੰਡੇਮਾਨ ਟਾਪੂ ਦੀ ਜੇਲ੍ਹ ਵਿੱਚ ਮਾਰੇ ਗਏ। ਦੇਸ਼ ਦੀ ਮਿੱਟੀ ਦੇ ਇਹਨਾਂ ਮਹਾਨ ਸਪੂਤਾਂ ਨੂੰ ਸਾਡਾ ਸ਼ਤ-ਸ਼ਤ ਨਮਨ।